ਸਤਿ ਸ਼੍ਰੀ ਅਕਾਲ। ਨਵਾਂ ਜ਼ਮਾਨਾ ਟੀਵੀ ਵਿੱਚ ਅੱਜ ਤੁਹਾਡਾ ਫਿਰ ਤੋਂ ਸਵਾਗਤ ਹੈ ਕਾਨੂੰਨੀ ਜਾਣਕਾਰੀ ਵਿੱਚ। ਅੱਜ ਦਾ ਵਿਸ਼ਾ ਹੈ ਤਲਾਕ ਤੇ ਅੱਜ ਇਸੇ ਵਿਸ਼ੇ ਉੱਤੇ ਅਸੀਂ ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਜੀ ਦੇ ਨਾਲ ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਸਰ, ਇਹ ਦੱਸੋ ਕਿ ਤਲਾਕ ਕੀ ਹੁੰਦਾ ਹੈ? ਤਲਾਕ ਬਹੁਤ ਚੀਜ਼ ਆ ਤੇ ਜਦੋਂ ਇੱਕ ਔਰਤ ਤੇ ਆਦਮੀ ਦੇ ਵਿਚਕਾਰ ਸ਼ਾਦੀ ਹੋਈ ਹੁੰਦੀ ਆ, ਉਹਨੇ ਵਿਆਹ ਰਚਾਇਆ ਹੁੰਦਾ ਆ। ਵਿਆਹ ਕਿਸੇ ਵੀ ਤਰ੍ਹਾਂ ਹੋਇਆ ਹੋਵੇ, ਲਵ ਮੈਰਿਜ ਹੋਵੇ, ਹਿੰਦੂ ਰੀਤਾਂ ਰਿਵਾਜ਼ਾਂ ਦੇ ਮੁਤਾਬਕ ਹੋਵੇ, ਸਿੱਖ ਧਰਮ ਦੇ ਮੁਤਾਬਕ ਹੋਵੇ, ਜਿਸ ਵੀ ਮਰਜ਼ੀ ਧਰਮ ਦੇ ਨਾਲ ਵਿਆਹ ਕੀਤਾ ਹੋਵੇ, ਜੇ ਉਹ ਨਾ ਨਿਭਦੀ ਹੋਵੇ, ਵਿਆਹ ਨੂੰ ਤੋੜਨਾ ਹੋਵੇ, ਵਿਆਹ ਨੂੰ ਖਤਮ ਕਰਨਾ ਹੋਵੇ ਆਪਣੇ, ਤਾਂ ਉਹਨੂੰ ਅਸੀਂ ਤਲਾਕ ਕਹਿੰਦੇ ਆ। ਇਹ ਦੱਸੋ ਕਿ ਦੋਵਾਂ ਧਿਰਾਂ ਵਿੱਚ ਕੌਣ ਤਲਾਕ ਲੈ ਸਕਦਾ ਹੈ? ਦੋਨਾਂ ਧਿਰਾਂ ਵਿੱਚ ਕੋਈ ਵੀ ਧਿਰ ਜਿਹੜੀ ਆਪਣੇ ਆਪ ਨੂੰ ਦੁਖੀ ਸਮਝਦੀ ਆ ਕਿ ਮੈਂ ਇਸ ਗੱਲੋਂ ਆਪਣੇ ਆਦਮੀ ਤੋਂ ਦੁਖੀ ਹਾਂ, ਆਦਮੀ ਸਮਝਦਾ ਹੋਵੇ ਵੀ ਮੈਂ ਆਪਣੀ ਔਰਤ ਤੋਂ ਇਸ ਗੱਲ ਤੋਂ ਦੁਖੀ ਹਾਂ, ਉਹ ਜਿਸ ਗੱਲ ਤੋਂ ਵੀ ਉਹ ਦੁਖੀ ਹੋਣ, ਉਹ ਆਪਣਾ ਦੁੱਖ ਦੱਸ ਕੇ ਤੇ ਅਦਾਲਤ ਪਾਸੋਂ ਤਲਾਕ ਜਿਹੜੇ ਉਹ ਲੈ ਸਕਦੇ ਆ। ਕੀ ਪੰਚਾਇਤ ਵੀ ਤਲਾਕ ਕਰਾ ਸਕਦੀ ਹੈ? ਪੰਚਾਇਤ ਤਾਂ 20 ਤਲਾਕ ਕਰ ਦਿੰਦੀਆਂ ਹਨ, ਜੋ ਪਰ ਪੰਚਾਇਤ ਦਾ ਤਲਾਕ ਜਿਹੜਾ ਹੈ ਉਹਨੂੰ ਆਮ ਤੌਰ 'ਤੇ ਮੰਨਿਆ ਨਹੀਂ ਜਾਂਦਾ। ਬਹੁਤ ਚਿਰ ਪਹਿਲਾਂ ਇਹ ਚੱਲਦਾ ਸੀ ਵੀ ਕਈ ਜਾਤਾਂ ਦੇ ਵਿੱਚ ਕਸਟਮਰੀ ਰਿਵਾਜ ਹੈਗੇ ਆ ਵੀ ਉਹਨਾਂ ਦੀਆਂ ਬਰਾਦਰੀਆਂ ਵਿੱਚ ਤਲਾਕ ਹੋ ਜਾਂਦੇ ਆ ਤਾਂ ਉਹਨਾਂ ਦੀ ਬਰਾਦਰੀ ਉਹਨਾਂ ਨੂੰ ਮੰਨ ਲੈਂਦੀ ਆ। ਜਿੱਥੇ ਤੱਕ ਕਾਨੂੰਨ ਦੀ ਨਿਗਾਹ ਵਿੱਚ ਆ, ਉਹਨਾਂ ਨੂੰ ਕੋਈ ਮਹੱਤਤਾ ਨਹੀਂ ਦਿੱਤੀ ਜਾਂਦੀ। ਲੋਕ ਪੜ੍ਹ ਲਿਖ ਗਏ ਹਨ, ਲੋਕ ਬਾਹਰ ਚਲੇ ਗਏ ਹਨ, ਕਈ ਲੋਕਾਂ ਨੂੰ ਬਾਹਰ ਤਲਾਕ ਚਾਹੀਦਾ ਹੈ, ਔਰਤ ਨੂੰ ਵੀ ਬਾਹਰ ਗਈ ਨੂੰ ਤਲਾਕ ਚਾਹੀਦਾ ਹੈ। ਇਸ ਕਰਕੇ ਤਲਾਕ ਜਿਹੜਾ ਆ ਉਹਦਾ ਪ੍ਰੋਪਰ ਜਿਹੜੀ ਜਗ੍ਹਾ ਆ ਉਹ ਅਦਾਲਤ ਹੈ ਤੇ ਅਦਾਲਤ ਰਾਹੀਂ ਹੀ ਸਾਨੂੰ ਤਲਾਕ ਲੈਣਾ ਚਾਹੀਦਾ ਹੈ ਤੇ ਅਦਾਲਤ ਹੀ ਤਲਾਕ ਦੇ ਸਕਦੀ ਹੈ। ਦੂਸਰੀ ਗੱਲ ਵੀ ਅਦਾਲਤ ਵੀ ਉਹ ਜਿਹੜੀ ਜ਼ਿਲ੍ਹੇ ਵਿੱਚ ਸਭ ਤੋਂ ਵੱਡਾ ਜੱਜ ਆ ਜਾਂ ਸਭ ਤੋਂ ਵੱਡੀ ਅਦਾਲਤ ਆ, ਉਹਨੂੰ ਤਲਾਕ ਦੇਣ ਦੇ ਅਧਿਕਾਰ ਹਨ। ਜੇ ਜ਼ਿਲ੍ਹੇ ਦਾ ਇੱਕ ਜੱਜ ਹੀ ਤਲਾਕ ਦੇ ਸਕਦਾ ਹੈ ਤਾਂ ਪਿੰਡ ਦੀ ਇੱਕ ਛੋਟੀ ਜਿਹੀ ਪੰਚਾਇਤ ਉਹਨੂੰ ਤਲਾਕ ਨੂੰ ਕਿਵੇਂ ਮਨਜ਼ੂਰ ਕਰ ਸਕਦੀ ਹੈ? ਇਸ ਕਰਕੇ ਸਾਨੂੰ ਪਿੰਡ ਦੀਆਂ ਪੰਚਾਇਤਾਂ ਤੋਂ ਹਟ ਕੇ ਜਿਹੜਾ ਆਪਣਾ ਤਲਾਕ ਆ ਉਹ ਅਦਾਲਤ ਰਾਹੀਂ ਕਾਨੂੰਨੀ ਤੌਰ 'ਤੇ ਹੀ ਲੈਣਾ ਚਾਹੀਦਾ ਹੈ। ਸਰ, ਇਹ ਦੱਸੋ ਕਿ ਤਲਾਕ ਲੈਣ ਦੇ ਕੀ ਪ੍ਰੋਸੀਜਰਸ ਹਨ? ਤਲਾਕ ਲੈਣ ਦੀਆਂ ਕਈ ਗਰਾਊਂਡਾਂ ਹਨ, ਕਈ ਤਰ੍ਹਾਂ ਤੁਸੀਂ ਤਲਾਕ ਲੈ ਸਕਦੇ ਹਨ। ਕੋਈ ਜੇ ਵਿਆਹ ਤੋਂ ਬਾਅਦ ਕੋਈ ਧਿਰ ਮਹਿਸੂਸ ਕਰੇ ਕਿ ਮੇਰਾ ਦੂਜਾ ਸਾਥੀ ਜਿਹੜਾ ਆ ਉਹ ਸੰਪੂਰਨ ਨਹੀਂ ਹੈ, ਫਰਜ਼ ਕਰੋ ਇੱਕ ਆਦਮੀ ਸਮਝਦਾ ਹੈ ਕਿ ਮੇਰੀ ਔਰਤ ਜਿਹੜੀ ਆ ਉਹ ਠੀਕ ਨਹੀਂ, ਮੇਰੇ ਨਾਲ ਸੈਕਸ ਨਹੀਂ ਕਰਦੀ, ਜਾਂ ਬੜੀ ਕੋਲਡ ਹੈ, ਜਾਂ ਸੈਕਸ ਨੂੰ ਲਾਈਕ ਨਹੀਂ ਕਰਦੀ ਅਤੇ ਜਾਂ ਬਹਾਨੇ ਪਾਉਂਦੀ ਹੈ, ਉਹਦੇ ਨਾਲ ਐਡਜਸਟ ਨਹੀਂ ਕਰਦੀ, ਤਾਂ ਉਹ ਇਹਦਾ ਬਣਾ ਸਕਦਾ ਹੈ। ਜੇ ਔਰਤ ਸਮਝੇ ਵਿਆਹ ਤੋਂ ਬਾਅਦ ਕਿ ਮੇਰਾ ਆਦਮੀ ਨਮਰਦ ਹੈ, ਹਾਂਜੀ, ਉਹ ਵਿਆਹੁਤਾ ਜਿਹੜੇ ਆਪਣੇ ਫਰਜ਼ ਆ ਪੂਰੀ ਤਰ੍ਹਾਂ ਪਛਾਣਦਾ ਨਹੀਂ, ਅਤੇ ਇਸ ਕਰਕੇ ਉਹ ਇਸ ਗਰਾਊਂਡ ਨੂੰ ਬਣਾ ਕੇ ਵੀ ਉਹ ਤਲਾਕ ਲੈ ਸਕਦੀ ਹੈ। ਉਹਦੇ ਹੋਰ ਵੀ ਕਈ ਕਾਰਨ ਵੀ ਹੋ ਸਕਦੇ ਆ। ਤੁਸੀਂ ਤਲਾਕ ਇਸ ਕਰਕੇ ਵੀ ਹੋ ਸਕਦਾ, ਮੰਨ ਲਓ ਤੁਸੀਂ ਕੁਝ ਚਿਰ ਇਕੱਠੇ ਰਹਿੰਦੇ ਆ, ਤੁਹਾਡੀ ਘਰਵਾਲੀ ਕਿਤੇ ਕੰਮ ਕਰਦੀ ਆ ਜਾਂ ਕਿਸੇ ਸੁਸਾਇਟੀ 'ਚ ਜਾਂਦੀ ਆ, ਜਾਂ ਉਹਦੀ ਸੁਸਾਇਟੀ ਇੱਦਾਂ ਦੀ ਆ, ਜਾਂ ਕਿਸੇ ਕਾਰਨ ਕਰਕੇ ਬੰਦਾ ਧਾਰਮਿਕ ਹੁੰਦਾ ਆ, ਉਹ ਆਪਣਾ ਧਰਮ ਜਿਹੜਾ ਬਦਲ ਲੈਂਦਾ ਆ। ਜੇ ਤੁਹਾਡਾ ਸਾਥੀ ਕੋਈ ਧਰਮ ਬਦਲ ਲਵੇ, ਤੁਹਾਨੂੰ ਚੰਗਾ ਨਾ ਲੱਗੇ ਤਾਂ ਵੀ ਤੁਸੀਂ ਉਹ ਗਰਾਊਂਡ ਬਣ ਜਾਂਦੀ ਹੈ। ਫਰਜ਼ ਕਰੋ ਵੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਜਾਂ ਉਹਨਾਂ ਵਿੱਚ ਰਹਿੰਦਾ ਆ ਅਤੇ ਮੇਰੀ ਘਰਵਾਲੀ ਕ੍ਰਿਸਚਨ ਬਣ ਜਾਵੇ, ਤਾਂ ਮੈਂ ਇਸ ਗਰਾਊਂਡ 'ਤੇ ਵੀ ਕੋਈ ਤਲਾਕ ਲੈ ਸਕਦਾ ਬੰਦਾ ਕਿ ਵੀ ਮੇਰੀ ਘਰਵਾਲੀ ਜਿਹੜੀ ਆ ਉਹਨੇ ਆਪਣਾ ਧਰਮ ਬਦਲਿਆ ਆ, ਮੇਰਾ ਉਸ ਧਰਮ ਵਿੱਚ ਯਕੀਨ ਨਹੀਂ, ਜਾਂ ਮੈਂ ਉਹਦਾ ਜੋ ਪੂਜਾ ਪਾਠ ਆ ਮੈਂ ਕਰ ਨਹੀਂ ਸਕਦਾ, ਜਾਂ ਮੈਨੂੰ ਚੰਗਾ ਨਹੀਂ ਲੱਗਦਾ, ਜਾਂ ਕੋਈ ਗੱਲ ਵੀ ਆ, ਜਾਂ ਉਸ ਰਸਮਾਂ ਰਿਵਾਜ਼ਾਂ ਮੁਤਾਬਕ ਮੇਰਾ ਜਾਂ ਮੇਰੇ ਬਾਕੀ ਪਰਿਵਾਰ ਦਾ ਚੱਲਣਾ ਔਖਾ ਹੈ ਅਤੇ ਮੈਨੂੰ ਤਲਾਕ ਦਿੱਤਾ ਜਾਵੇ। ਯਾਨੀ ਧਰਮ ਬਦਲਣਾ ਵੀ ਇੱਕ, ਜੇ ਸਹਿਮਤੀ ਤੋਂ ਬਗੈਰ ਧਰਮ ਬਦਲਿਆ ਜਾਵੇ ਇੱਕ ਦੂਜੇ ਦੇ ਤੋਂ ਬਗੈਰ, ਤਾਂ ਉਹ ਵੀ ਇੱਕ ਸਾਡੀ ਗਰਾਊਂਡ ਜਿਹੜੀ ਉਹ ਬਣ ਜਾਂਦੀ ਹੈ। ਇਸ ਕਰਕੇ ਧਰਮ ਬਦਲ ਦੇ ਨਾਲ ਵੀ ਇੱਕ ਔਰਤ ਦੀ ਵੀ ਅਤੇ ਇੱਕ ਆਦਮੀ ਦੀ ਵੀ ਇਹ ਗਰਾਊਂਡ ਬਣ ਜਾਂਦੀ ਹੈ। ਇਸ ਬੇਸਿਸ 'ਤੇ ਵੀ ਤੁਸੀਂ ਲੈ ਸਕਦੇ ਆ। ਔਰਤ ਹੋਰ ਤਰ੍ਹਾਂ ਵੀ ਤਲਾਕ ਲੈ ਸਕਦੀ ਆ। ਇੱਕ ਦਾਜ ਦੀ ਗੱਲ ਹੈ, ਅਗਰ ਉਹ ਦਾਜ ਨਹੀਂ ਲਿਆ ਮੰਗਦਾ ਹੋਵੇ, ਜਾਂ ਪਹਿਲਾਂ ਲਿਆ ਤਾਂ ਹੁਣ ਹੋਰ ਮੰਗਦਾ ਹੋਵੇ, ਜਾਂ ਕੋਈ ਦਾਜ ਦੀ ਐਸੀ ਮੰਗ ਕਰਦਾ ਹੋਵੇ ਜਿਹੜੀ ਕਿ ਉਹ ਪੂਰੀ ਨਾ ਕਰ ਸਕਦੇ ਹੋਣ, ਉਹਦਾ ਟੱਬਰ ਉਹਦਾ ਪਰਿਵਾਰ ਨਾ ਦੇ ਸਕਦਾ ਹੋਵੇ, ਉਹ ਇਸ ਕਰਕੇ ਗਰਾਊਂਡ ਉਹਦੇ ਕਰਕੇ ਉਹਨੂੰ ਦੁਖੀ ਕਰਦਾ ਹੋਵੇ,
ਤੋ ਇਸ ਬੇਸ 'ਤੇ ਵੀ ਉਹ ਜਿਹੜੇ ਆ ਉਹ ਤਲਾਕ ਲੈ ਸਕਦੇ ਆ ਕਿ ਮੇਰਾ ਆਦਮੀ, ਸਾਡਾ ਵਿਆਹ ਹੋਇਆ ਸੀ, ਵਿਆਹ ਬਿਲਕੁਲ ਠੀਕ ਚੱਲ ਰਿਹਾ ਸੀ, ਪਰ ਹੁਣ ਆ ਕੇ ਮੇਰਾ ਪਤੀ ਮੇਰੇ ਤੋਂ ਤਲਾਕ ਮਤਲਬ ਦਾਜ ਮੰਗਦਾ, ਅਸੀਂ ਦਾਜ ਆਪਣੀ ਵਿੱਤ ਮੁਤਾਬਕ ਦਿੱਤਾ, ਜਾਂ ਹੋਰ ਦਾਜ ਮੰਗਦਾ, ਜਾਂ ਸਕੂਟਰ ਲਿਆਉਣ ਨੂੰ ਕਹਿੰਦਾ, ਜਾਂ ਮੋਟਰਸਾਈਕਲ ਲਿਆਉਣ ਨੂੰ ਕਹਿੰਦਾ, ਜਾਂ ਕਾਰ ਲਿਆਉਣ ਪੈਂਦਾ ਵਿੱਤ ਮੁਤਾਬਕ। ਉਹ ਜੇ ਸਾਬਤ ਹੋ ਜਾਵੇ ਕਿ ਵਾਕਈ ਤਲਾਕ ਲਈ ਮਾਰਕੁੱਟ ਕਰਦਾ, ਤਾਨੇ ਮਿਹਣੇ ਕਰਦਾ, ਜਾਂ ਉਹ ਠੀਕ ਰਹਿ ਨਹੀਂ ਰਹੇ, ਤਾਂ ਉਹਦੀ ਗਰਾਊਂਡ ਇੱਕ ਬਣ ਜਾਂਦੀ ਆ। ਪਰ ਜਿਹੜੀ ਤੁਸੀਂ ਗਰਾਊਂਡ ਲੈ ਕੇ ਤਲਾਕ ਕਰਨਾ ਅਦਾਲਤ ਵਿੱਚ, ਉਹ ਤੁਹਾਨੂੰ ਸਾਬਤ ਕਰਨਾ ਪੈਂਦਾ। ਪਰ ਇਸ ਤੋਂ ਵੀ ਪਹਿਲਾਂ ਇੱਕ ਮੈਂ ਆਪਣੇ ਸਰੋਤਿਆਂ ਨੂੰ ਹੋਰ ਗੱਲ ਦੱਸ ਦਿਆਂ ਕਿ ਤਲਾਕ ਲੈਣ ਤੋਂ ਪਹਿਲਾਂ ਤੁਹਾਨੂੰ ਇਹ ਸਾਬਤ ਕਰਨਾ ਹੁੰਦਾ ਹੈ ਕਿ ਤੁਸੀਂ ਵਿਆਹ ਕੀਤਾ ਹੋਇਆ ਹੈ। ਅੱਜ ਕੱਲ੍ਹ ਅਦਾਲਤਾਂ ਇਸ ਗੱਲ ਦੀ ਮੰਗ ਕਰਦੀਆਂ ਹਨ ਕਿ ਤੁਸੀਂ ਜੇ ਕੋਈ ਵਿਆਹ ਕੀਤਾ ਹੈ, ਜਾਂ ਲਵ ਮੈਰਿਜ ਕੀਤੀ ਹੈ, ਜਾਂ ਵਿਆਹ ਰਜਿਸਟਰ ਕਰਾਇਆ, ਅਤੇ ਉਹਦੇ ਕਾਗਜ਼ ਨਾਲ ਲਾਉਣੇ ਪੈਂਦੇ ਆ। ਕਿਸੇ ਗੁਰਦੁਆਰੇ ਤੋਂ ਰਜਿਸਟਰ ਹੋਇਆ, ਜਿਹਦੇ ਸਾਹਮਣੇ ਲਾਵਾਂ ਹੋਈਆਂ, ਭਾਈ ਬੈਠੇ ਆ, ਲੋਕ ਬੈਠੇ ਆ, ਉਹਦੀਆਂ ਫੋਟੋ ਵੀ, ਉਹ ਸਰਟੀਫਿਕੇਟ ਵੀ ਨਾਲ ਲਾਉਣਾ ਪੈਂਦਾ ਹੈ। ਵੀ ਜੇ ਕੋਈ ਤੇਰੇ ਇਹ ਇਨਕਾਰ ਕਰ ਦੇਵੇ ਕਿ ਮੇਰਾ ਇਹਦੇ ਨਾਲ ਵਿਆਹ ਨਹੀਂ ਹੋਇਆ, ਅਤੇ ਉਹ ਫਿਰ ਉਹ ਦੂਜੀ ਧਿਰ ਨੂੰ ਸਾਬਤ ਕਰਨਾ ਪੈਂਦਾ ਵੀ ਸਾਡਾ ਵਿਆਹ ਹੋਇਆ ਸੀ। ਇਸ ਕਰਕੇ ਅੱਜ ਕੱਲ੍ਹ ਇਹ ਚੱਲਦਾ ਆ ਵੀ ਉਹ ਤੁਹਾਡੀ ਪਟੀਸ਼ਨ, ਉਹ ਤੁਹਾਡੇ ਕਾਗਜ਼ ਪੱਤਰ ਅਦਾਲਤ ਤਾਂ ਲੈਂਦੀ ਆ, ਪਹਿਲਾਂ ਉਹ ਤੁਹਾਨੂੰ ਵਿਆਹ ਸਾਬਤ ਕਰਨਾ ਪੈਂਦਾ, ਵਿਆਹ ਦੇ ਸਬੂਤ ਨਾਲ ਲਾਉਣੇ ਪੈਂਦੇ ਆ, ਆਧਾਰ ਕਾਰਡ ਨਾਲ ਲਾਉਣੇ ਪੈਂਦੇ ਆ, ਤੁਹਾਡੀਆਂ ਫੋਟੋ, ਵਿਆਹ ਦੀਆਂ ਫੋਟੋ ਨਾਲ ਲੱਗਣੀਆਂ, ਜੇ ਕੋਈ ਸਰਟੀਫਿਕੇਟ ਬਣਾਇਆ ਉਹ ਨਾਲ ਲੱਗਣਾ। ਜਦੋਂ ਇਹ ਸਾਬਤ ਹੋ ਜਾਵੇ ਵੀ ਇਹਨਾਂ ਦਾ ਵਿਆਹ ਹੋਇਆ, ਤਾਂ ਫਿਰ ਅਦਾਲਤ ਜਿਹੜੀ ਆ ਫਿਰ ਤਲਾਕ ਵੱਲ ਨੂੰ ਵੱਧਦੀ ਆ। ਫਿਰ ਦੇਖਦੇ ਆ ਵੀ ਕਿਹੜੀ ਧਿਰ ਨੇ ਕਿਹੜੀ ਗਰਾਊਂਡ ਲਈ ਆ। ਜਿਹੜੀ ਗਰਾਊਂਡ ਮੈਂ ਜਿੱਦਾਂ ਅੱਗੇ ਵੀ ਦੱਸਿਆ ਵੀ ਜਿਹੜੀ ਗੱਲ ਤੁਸੀਂ ਅਦਾਲਤ ਵਿੱਚ ਜਾ ਕੇ ਕਹਿੰਦੇ ਆ ਕਿ ਬਈ ਮੈਨੂੰ ਆਹ ਤੰਗੀ ਆ, ਜੋ ਤੁਸੀਂ ਗੱਲ ਕਹਿੰਦੇ ਆ ਤੁਸੀਂ ਉਹ ਸਾਬਤ ਕਰਨਾ। ਜੇ ਸਾਬਤ ਕਰ ਦਿਓਗੇ ਤਾਂ ਤੁਸੀਂ ਤਲਾਕ ਦੇ ਹੱਕਦਾਰ ਹੋਵੋਗੇ, ਜੇ ਤੁਸੀਂ ਤਲਾਕ ਨਹੀਂ ਲਓਗੇ ਤਾਂ ਤੁਸੀਂ ਉਹਦੇ ਹੱਕਦਾਰ ਨਹੀਂ ਹੋਵੋਗੇ। ਸਰ, ਤਲਾਕ ਦੀ ਇਹੋ ਗਰਾਊਂਡ ਆ ਜਾਂ ਇਸ ਤੋਂ ਇਲਾਵਾ ਵੀ ਕੋਈ ਗਰਾਊਂਡ ਆ? ਤਾਂ ਤਲਾਕ ਲੈਣ ਦੀਆਂ ਕਈ ਗਰਾਊਂਡਾਂ ਹੋ ਸਕਦੀਆਂ। ਵੀ ਜਿਵੇਂ ਬੰਦਾ ਕਹਿ ਦੇਵੇ ਕਿ ਇਹ ਮੇਰੀ ਔਰਤ ਜ਼ਿਆਦਾ ਬੋਲਦੀ ਹੈ, ਮੇਰੇ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੀ, ਆਏ ਗਏ ਤੇ ਮੇਰੀ ਬੜੀ ਬੇਇੱਜ਼ਤੀ ਕਰਦੀ ਹੈ, ਜਿਸ ਤੋਂ ਮੈਂ ਬੜਾ ਦੁਖੀ ਹਾਂ, ਇਸ ਕਰਕੇ ਸਾਡਾ ਇਕੱਠੇ ਰਹਿਣਾ ਬੜਾ ਔਖਾ ਆ, ਕਿਰਪਾ ਕਰਕੇ ਮੈਨੂੰ ਇਹ ਤੋਂ ਛੁਟਕਾਰਾ ਦਿਵਾਇਆ ਜਾਵੇ। ਪਰ ਫਿਰ ਉਹੀ ਗੱਲ ਆ ਗਈ, ਉਹ ਜੇ ਗੱਲ ਕਹਿਣ ਦੀ ਨਹੀਂ, ਜੇ ਉਹ ਸਾਬਤ ਕਰ ਦੇਵੇ ਵੀ ਇਹ ਵਾਕਈ ਮੇਰੀ ਇੱਜ਼ਤ ਜਾਂ ਮੇਰੇ ਪਰਿਵਾਰ ਦੀ ਇੱਜ਼ਤ ਜਾਂ ਮੇਰੇ ਰਿਸ਼ਤੇਦਾਰਾਂ ਦੀ ਇੱਜ਼ਤ ਨਹੀਂ ਕਰਦੀ, ਆਏ ਗਏ ਤੇ ਮੇਰੀ ਬੇਇੱਜ਼ਤੀ ਕਰਦੀ ਆ, ਤਾਂ ਫਿਰ ਤਲਾਕ ਵੱਲ ਵਧਿਆ ਜਾ ਸਕਦਾ ਹੈ। ਫਿਰ ਇਹ ਬਹੁਤ ਵਧੀਆ ਗਰਾਊਂਡ ਬਣ ਸਕਦੀ ਆ। ਅਤੇ ਦੂਸਰਾ ਹੈ ਕਿ ਵਿਆਹਤਾ ਜੀਵਨ ਜਦੋਂ ਤੁਹਾਡਾ ਹੋ ਜਾਂਦਾ ਆ, ਅਤੇ ਤੁਹਾਡੇ ਵਿੱਚ ਇੱਕ ਸੈਕਸ ਦੀ, ਕਾਮ ਦੀ, ਜਿਹੜਾ ਕਿ ਤੁਹਾਡੇ ਸੰਬੰਧ ਜਿਹੜੇ ਬਣਦੇ ਆ ਔਰਤ ਦੇ ਆਦਮੀ ਨਾਲ, ਆਦਮੀ ਦੇ ਔਰਤ ਨਾਲ ਬਣਦੇ ਆ, ਕੋਈ ਧਿਰ ਵੀ ਉਹ ਵਿਆਹਤਾ ਜੀਵਨ ਦੇ ਜਿਹੜੇ ਸੈਕਸ ਕਰਨ ਵਾਸਤੇ ਜਿਹੜੇ ਵੀ ਤਰੀਕੇ ਆ ਜਾਂ ਮੇਲ ਮਿਲਾਪ ਆ, ਉਹ ਕਰਨ ਤੋਂ ਕੋਈ ਇਨਕਾਰੀ ਕਰਦਾ ਹੋਵੇ ਤਾਂ ਇਹ ਵੀ ਤੁਹਾਡੀ ਗਰਾਊਂਡ ਬਣ ਸਕਦੀ ਆ। ਜੇ ਔਰਤ ਮਨਾਹੀ ਕਰੇ, ਆਦਮੀ ਦੇ ਨਾਲ ਕੋਈ ਐਂਟਰਟੇਨਮੈਂਟ ਨਾ ਕਰੇ, ਕਹਿਣਾ ਇਸ ਗੱਲ 'ਚ ਨਾ ਮੰਨੇ, ਜਾਂ ਆਦਮੀ ਨਾ ਮੰਨੇ, ਤੇ ਇਹ ਤੁਸੀਂ ਸਾਬਤ ਕਰ ਦਿਓ ਵੀ ਮਹੀਨਾ ਹੋ ਗਿਆ, ਜਾਂ 6 ਮਹੀਨੇ ਹੋ ਗਏ, ਜਾਂ ਸਾਲ ਹੋ ਗਏ, ਮੈਂ ਜਾਂ ਜਦੋਂ ਦੀ ਵਿਆਹੀ ਹੋਈ ਹਾਂ, ਅਤੇ ਇਹ ਸਾਡੇ ਵਿੱਚ ਇਹ ਰੌਲਾ ਕੋਈ ਨਹੀਂ ਸੈਕਸ ਦਾ, ਇਸ ਕਰਕੇ ਮੈਨੂੰ ਤਲਾਕ ਦਿੱਤਾ ਜਾਵੇ, ਮੈਂ ਅਜਿਹੇ ਆਦਮੀ ਦੇ ਨਹੀਂ ਰਹਿ ਸਕਦੀ, ਜਾਂ ਆਦਮੀ ਕਹੇ ਵੀ ਅਜਿਹੀ ਔਰਤ ਮੈਂ ਨਹੀਂ ਰੱਖ ਸਕਦਾ। ਅਤੇ ਇਹ ਗਰਾਊਂਡ ਵੀ ਹੋ ਸਕਦੀ ਹੈ, ਕਿਉਂਕਿ ਵਿਆਹ ਤੋਂ ਬਾਅਦ ਤੁਸੀਂ ਇੱਕ ਦੂਜੇ ਨਾਲ ਕੋਆਪਰੇਟ ਕਰਨਾ ਹੈ, ਤਾਂ ਕਿ ਤੁਹਾਡਾ ਜਿਹੜਾ ਜੀਵਨ ਆ ਉਹ ਠੀਕ ਚੱਲ ਸਕੇ। ਅਤੇ ਇਸ ਕਰਕੇ ਇਹ ਵੀ ਹੋ ਸਕਦੇ ਆ। ਜੇ ਵਿਆਹ ਦੇ ਵਿੱਚ ਆ, ਚਲੋ ਤੁਸੀਂ ਪੁੱਛਿਆ, ਮੈਂ ਦੱਸ ਦਿੰਦਾ, ਕਈ ਵਾਰੀ ਇਹ ਵਿਆਹ ਦੇ ਵਿੱਚ ਇੱਦਾਂ ਦੇ ਵੀ ਕੇਸ ਆ ਜਾਂਦੇ ਆ ਕਿ ਜਿਹੜੇ ਜਦੋਂ ਆਪਸ ਵਿੱਚ ਇਕੱਠੇ ਹੁੰਦੇ ਆ, ਔਰਤ ਤੇ ਵੀ, ਅਤੇ ਆਦਮੀ ਜਿਹੜਾ ਹੈ ਉਹ ਕਈ ਵਾਰੀ ਗੈਰ ਕੁਦਰਤੀ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰੇ, ਜਾਂ ਉਹ ਤਰੀਕਾ ਅਪਣਾਉਣ ਦੀ ਕੋਸ਼ਿਸ਼ ਕਰੇ ਜੋ ਔਰਤ ਨੂੰ ਚੰਗਾ ਨਾ ਲੱਗੇ, ਔਰਤ ਉਸ ਤੋਂ ਮਨਾ ਕਰੇ। ਅਗਰ ਉਹ ਨਾ ਹਟੇ ਤਾਂ ਇਹਦੀ ਸ਼ਿਕਾਇਤ ਵੀ ਕੀਤੀ ਜਾ ਸਕਦੀ ਆ। ਇਹ ਵੀ ਤੁਹਾਡਾ ਇੱਕ ਆਧਾਰ ਬਣ ਸਕਦਾ। ਇਸ ਆਧਾਰ 'ਤੇ ਵੀ ਤੁਸੀਂ ਆਪਣੀ ਅਦਾਲਤ ਵਿੱਚ ਜਾ ਸਕਦੇ ਆ। ਅਗਰ ਇੱਦਾਂ ਦੀ ਗੱਲ ਵੀ ਤੁਸੀਂ ਸਾਬਤ ਕਰਦੇ ਹੋ ਤਾਂ ਤੁਸੀਂ ਤਲਾਕ ਦੇ ਜਿਹੜੇ ਹੱਕਦਾਰ ਹੋ ਸਕਦੇ ਆ। ਹਾਂ, ਇੱਕ ਹੋਰ ਹੈ ਕਿ ਜੇ ਤੁਹਾਡਾ ਆਦਮੀ ਕਿਸੇ ਕਾਰਨ ਕਰਕੇ 7 ਸਾਲ ਤੋਂ ਉਹਦਾ ਕੋਈ ਪਤਾ ਨਾ ਹੋਵੇ, ਤੁਸੀਂ ਸਾਬਤ ਕਰ ਦਿਓ ਕਿ ਮੇਰਾ ਆਦਮੀ 7 ਸਾਲ ਤੋਂ ਕੋਈ ਚਿੱਠੀ ਪੱਤਰ ਨਹੀਂ ਆਇਆ, ਮੈਨੂੰ ਨਹੀਂ ਪਤਾ ਕਿੱਥੇ ਰਹਿੰਦਾ, ਅਤੇ ਤੁਸੀਂ ਇਹ ਸਾਬਤ ਕਰਨਾ 7 ਸਾਲ ਤੋਂ
ਮੇਰਾ ਉਹਨਾਂ ਕੋਈ ਸੰਬੰਧ ਨਹੀਂ, ਜਾਂ ਉਹਨੇ ਮੈਨੂੰ ਚਿੱਠੀ ਨਹੀਂ ਪਾਈ, ਜਾਂ ਮੈਂ ਚਿੱਠੀ ਪਾਉਣੀ ਤਾਂ ਰਿਸਪੌਂਸ ਨਹੀਂ ਦਿੱਤਾ। ਮੈਨੂੰ ਨਹੀਂ ਪਤਾ ਉਹ ਜਿੰਦਾ ਹੈ ਕਿ ਨਹੀਂ। ਇਸ ਕਰਕੇ ਮੈਂ ਜਿਹੜਾ ਇਹੋ ਆਪਣਾ ਵਿਆਹ ਆ ਇਹ ਕੈਂਸਲ ਕਰਨਾ ਚਾਹੁੰਦੀ ਹਾਂ। ਕਿਰਪਾ ਕਰਕੇ ਮੈਨੂੰ ਇਸ ਬੇਸ 'ਤੇ ਤਲਾਕ ਦਿੱਤਾ ਜਾਵੇ। ਮੇਰੇ ਨਾਂ ਦੇ ਨਾਲ ਜੋ ਉਹਦਾ ਨਾਂ ਜੁੜਦਾ ਹੈ ਉਹਨੂੰ ਕੱਢਿਆ ਜਾਵੇ। ਜੇ ਤੁਸੀਂ ਇੱਦਾਂ ਵੀ ਕਰਦੇ ਆ ਅਤੇ ਸਾਬਤ ਕਰਦੇ ਨੇ ਅਦਾਲਤ ਵਿੱਚ ਵਾਕਿਆ 7 ਸਾਲ ਤੋਂ ਤੁਸੀਂ ਮਿਲੇ ਨਹੀਂ, ਜਾਂ ਆਦਮੀ ਤੁਹਾਡਾ ਪਤਾ ਨਹੀਂ ਕਿੱਥੇ ਗਿਆ ਆ, ਜਾਂ ਤੁਸੀਂ ਕੋਈ ਫੋਨ ਕਰਦੇ ਹੋ ਚੱਕਦਾ ਨਹੀਂ, ਜਾਂ ਕੋਈ ਗੱਲ ਵੀ ਆ, ਤਾਂ ਜਿਹੜਾ 7 ਸਾਲ ਦਾ ਵਕਫਾ ਆ ਇਹ ਵੀ ਤੁਹਾਨੂੰ ਉਹ ਔਰਤ ਦੇ ਲਈ ਇੱਕ ਜਿਹੜੀ ਆ ਗਰਾਊਂਡ ਜਿਹੜੀ ਆ ਉਹ ਬਣ ਜਾਂਦੀ ਆ। ਅਤੇ ਇਸ ਕਰਕੇ ਵੀ ਇੱਕ ਔਰਤ ਜਿਹੜੀ ਆ ਉਹ ਆਪਣੇ ਤਲਾਕ ਦੀ ਹੱਕਦਾਰ ਬਣ ਸਕਦੀ ਆ। ਮਤਲਬ ਤਲਾਕ ਉਹ ਤੇਰੀ ਤਲਾਕ ਲੈਂਦੀ ਆ ਜਿਹੜੀ ਧਿਰ ਦੂਜੇ ਧਿਰ ਤੋਂ ਕਿਸੇ ਕਾਰਨ ਕਰਕੇ ਦੁਖੀ ਹੋਵੇ, ਜਿਸ ਤੋਂ ਵੀ ਦੁਖੀ ਹੋਵੇ ਉਹ ਸਾਬਤ ਕਰਨਾ ਪੈਂਦਾ। ਇਹ ਨਹੀਂ ਕਿ ਉਹ ਕਹਿ ਦੇਵੇ ਕਿ ਵੀ ਮੈਂ ਤਾਂ ਦੁਖੀ ਹਾਂ, ਜਾਂ ਮੈਨੂੰ ਸਹਿਯੋਗ ਨਹੀਂ ਕਰਦੀ, ਜਾਂ ਮੈਨੂੰ ਸਹਿਯੋਗ ਨਹੀਂ ਕਰਦਾ। ਇਹ ਗੱਲ ਕਹਿਣ ਨਾਲ ਨਹੀਂ, ਉਹਨਾਂ ਨੂੰ ਸਾਬਤ ਵੀ ਕਰਨਾ ਹੈ। ਕਈਆਂ ਕੇਸਾਂ ਵਿੱਚ ਆਦਮੀ ਨਮਰਦ ਵੀ ਹੋ ਸਕਦੇ ਆ, ਔਰਤ ਨਮਰਦ ਵੀ ਹੋ ਸਕਦੀ ਆ। ਕਹਿਣ ਨਾਲ ਕਿਸੇ ਦੀ ਇਨਸਲਟ ਨਹੀਂ ਕਰਨੀ। ਉਹ ਜੋ ਤੁਸੀਂ ਕਹਿੰਦੇ ਆ ਤੁਹਾਨੂੰ ਉਹ ਅਦਾਲਤ ਵਿੱਚ ਸਾਬਤ ਕਰਨਾ ਪਏਗਾ। ਬਕਾਇਦਾ ਡਾਕਟਰਾਂ ਦੀ ਟੀਮ ਸੱਦੀ ਜਾਂਦੀ ਆ। ਆਪਣੀ ਅਦਾਲਤ ਤਲਾਕ ਦੇਣ ਤੋਂ ਪਹਿਲਾਂ ਪੂਰਾ ਨਿਸ਼ਚਾ ਕਰਦੀ ਆ ਕਿ ਜਿਸ ਗੱਲ ਨੂੰ ਇਸ ਧਿਰ ਨੇ ਆਧਾਰ ਬਣਾਇਆ ਆ ਉਸ ਵਿੱਚ ਜਾਨ ਹੈ ਕਿ ਨਹੀਂ, ਉਹ ਠੀਕ ਹੈ ਕਿ ਨਹੀਂ, ਇਹਨਾਂ ਨਾਲ ਇਕੱਠੇ ਰਹਿਣਾ ਠੀਕ ਹੈ ਇਸ ਕਰਕੇ ਕਿ ਨਹੀਂ ਰਹਿਣਾ, ਇਹਨਾਂ ਨੂੰ ਤਲਾਕ ਦੇਣਾ ਚਾਹੀਦਾ ਕਿ ਨਹੀਂ ਚਾਹੀਦਾ। ਉਸ ਤੋਂ ਬਾਅਦ ਉਹ ਤਲਾਕ ਦਾ ਫੈਸਲਾ ਕਰਦੇ ਆ। ਜੇ ਤੁਸੀਂ ਜਿਹੜੀਆਂ ਵੀ ਗਰਾਊਂਡ ਲੈਂਦੇ ਆ, ਅਗਰ ਉਹਨੂੰ ਸਾਬਤ ਕਰ ਦਿੰਦੇ ਆ ਤਾਂ ਤੁਸੀਂ ਤਲਾਕ ਦੇ ਹੱਕਦਾਰ ਹੋ ਜਾਂਦੇ ਆ। ਆਮ ਕਰਕੇ ਵੈਸੇ ਜਿਹੜੀ ਅਦਾਲਤਾਂ ਦੀ ਅਪਰੋਚ ਹੁੰਦੀ ਆ, ਜਾਂ ਜਿੱਦਾਂ ਰਿਸ਼ਤੇਦਾਰਾਂ ਦੀ ਅਪਰੋਚ ਹੁੰਦੀ ਆ, ਜਾਂ ਦੋਸਤਾਂ ਮਿੱਤਰਾਂ ਦੀ ਹੁੰਦੀ ਆ, ਉਹ ਕਈ ਵਾਰ ਤੁਹਾਨੂੰ ਤਲਾਕ ਲੈਣ ਤੋਂ ਮਨਾਹੀ ਕਰਦੇ ਆ। ਪਰ ਜੇ ਦੁਖੀ ਧਿਰ ਉਹਦੇ ਬਾਵਜੂਦ ਵੀ ਸਾਬਤ ਕਰ ਦੇਵੇ, ਵਜੇਦ ਹੋਵੇ ਕਿ ਮੈਂ ਨਹੀਂ ਰਹਿਣਾ, ਉਹ ਆਪਣੀ ਗੱਲ ਸਾਬਤ ਕਰ ਦੇਵੇ ਤਾਂ ਉਹਨੂੰ ਤਲਾਕ ਜਿਹੜਾ ਮਿਲ ਜਾਂਦਾ ਹੈ। ਨਾ ਤਲਾਕ ਮਿਲਣ ਦੀ ਸ਼ਕਲ ਵਿੱਚ ਜਿਹੜਾ ਉਹ ਫੈਸਲੇ ਤੋਂ ਦੁਖੀ ਹੋਵੇ, ਹਰ ਕੋਈ ਔਰਤ ਦੁਖੀ ਆ ਵੀ ਇਹਨੂੰ ਤਲਾਕ ਕਿਉਂ ਦਿੱਤਾ, ਮੈਂ ਤਾਂ ਚਾਹੁੰਦੀ ਸੀ ਵੀ ਇਹਨੂੰ ਤਲਾਕ ਨਾ ਮਿਲੇ, ਨਾ ਮੈਂ ਤਲਾਕ ਦੇਣਾ ਚਾਹੁੰਦੀ ਹਾਂ। ਜਾਂ ਕਈ ਵਾਰੀ ਆਦਮੀ ਕਹਿੰਦਾ ਕਿ ਵੀ ਮੈਂ ਤਾਂ ਤਲਾਕ ਨਹੀਂ ਲੈਣਾ, ਮੈਂ ਤਾਂ ਦੁਖੀ ਨਹੀਂ, ਇਹ ਜੋ ਮੇਰੇ 'ਤੇ ਦੋਸ਼ ਲਾ ਰਹੀ ਉਹ ਝੂਠੇ ਆ। ਪਰ ਬਾਵਜੂਦ ਇਸ ਗੱਲ ਦੇ ਵੀ ਜੇ ਅਦਾਲਤ ਇਸ ਗੱਲ 'ਤੇ ਪਹੁੰਚ ਜਾਂਦੀ ਆ ਕਿ ਵੀ ਜੋ ਔਰਤ ਨੇ ਕੇਸ ਕੀਤਾ ਉਹ ਠੀਕ ਆ, ਉਹਦੀ ਗਰਾਊਂਡ ਠੀਕ ਬਣਦੀ ਆ, ਉਹਨੂੰ ਤਲਾਕ ਦੇਣਾ ਚਾਹੀਦਾ, ਤਾਂ ਜ਼ਿੰਦਗੀ ਆਪਣੀ ਚੰਗੀ ਤਰ੍ਹਾਂ ਬਸਰ ਕਰ ਸਕਦੀ ਆ। ਅਤੇ ਉਹ ਬੰਦੇ ਉਸ ਇਨਸਾਨ ਕੋਲ, ਉਸ ਧਿਰ ਕੋਲ, ਉਸ ਆਦਮੀ ਕੋਲ ਜਾਂ ਉਸ ਔਰਤ ਕੋਲ ਅਪੀਲ ਕਰਨ ਦਾ ਇੱਕ ਹੱਕ ਹੁੰਦਾ ਹੈ। ਕਿਉਂਕਿ ਜਿਹੜਾ ਇਹੋ ਕੇਸ ਹੈ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਅਦਾਲਤ, ਜਿਹਨੂੰ ਆਪਾਂ ਡਿਸਟ੍ਰਿਕਟ ਜੱਜ ਕਹਿੰਦੇ ਆ, ਉਸ ਦੇ ਪਾਵਰਾਂ ਹੁੰਦੀਆਂ। ਕਈ ਵਾਰੀ ਐਡੀਸ਼ਨ ਡਿਸਟ੍ਰਿਕਟ ਜੱਜ ਹੁੰਦੇ ਆ ਜਿਨ੍ਹਾਂ ਨੂੰ ਸੇਮ ਪਾਵਰਾਂ ਮਿਲੀਆਂ ਹੋਈਆਂ ਹੁੰਦੀਆਂ ਹਨ। ਉਹ ਕਿਸੇ ਦਾ ਵੀ ਇੱਕ ਡਿਊਟੀ ਲਾ ਸਕਦੇ ਆ, ਜਿਹੜੇ ਨੂੰ ਸੁਣ ਸਕਦੇ ਆ। ਜਿਹੜਾ ਵੀ ਫੈਸਲੇ ਤੋਂ ਦੁਖੀ ਧਿਰ ਹੋਵੇ ਉਹ ਧਿਰ ਜਾ ਕੇ ਹਾਈ ਕੋਰਟ ਵਿੱਚ ਇਹਦੀ ਅਪੀਲ ਕਰ ਸਕਦੇ ਆ। ਹਾਈ ਕੋਰਟ ਵਿੱਚ ਤੁਸੀਂ ਗੱਲ ਸਮਝ ਲਓ, ਗਵਾਹੀਆਂ ਜਿਹੜੀਆਂ ਹੋਣੀਆਂ ਉਹ ਤਾਂ ਹੋਣੀਆਂ ਤੁਹਾਡੀ ਟਰਾਇਲ ਕੋਰਟ ਵਿੱਚ ਹੀ, ਜਾਣੀ ਉਹ ਸੈਸ਼ਨ ਜੱਜ ਜਿਹਨੂੰ ਵੀ ਕਹਿ ਦਿੰਦੇ ਆ, ਜਾਂ ਡਿਸਟ੍ਰਿਕਟ ਜੱਜ ਦੀ ਅਦਾਲਤ ਵਿੱਚ ਹੋਣੀਆਂ, ਦੋਨਾਂ ਧਿਰਾਂ ਦੀਆਂ ਇੱਥੇ ਜਿਰਾ ਹੋਣੀਆਂ। ਤਾਂ ਜਦੋਂ ਤੁਸੀਂ ਜਾਣਾ ਹਾਈ ਕੋਰਟ ਵਿੱਚ, ਉੱਥੇ ਤੁਹਾਡਾ ਰਿਕਾਰਡ ਚੱਲ ਜਾਣਾ, ਦੋਨਾਂ ਧਿਰਾਂ ਨੇ ਪੇਸ਼ ਹੋ ਜਾਣਾ, ਅਤੇ ਉੱਥੇ ਮੁੜ ਕੇ ਫਿਰ ਹਾਈ ਕੋਰਟ ਵਿੱਚ ਬਹਿਸ ਹੋਣੀ ਆ। ਫਿਰ ਕਈ ਵਾਰੀ ਸੁਣ ਕੇ ਥੱਲੇ ਦਾ ਫੈਸਲਾ ਬਰਕਰਾਰ ਵੀ ਰੱਖ ਲੈਂਦੇ ਆ, ਕਈ ਵਾਰੀ ਸਮਝਣ ਵੀ ਫੈਸਲਾ ਗਲਤ ਹੋਇਆ, ਇਸ ਕਰਕੇ ਹੋਇਆ, ਉਹ ਫੈਸਲਾ ਰੱਦ ਵੀ ਕਰ ਦਿੰਦੇ ਆ, ਉਹਦੀ ਅਪੀਲ ਜਿਹੜੀ ਮਨਜ਼ੂਰ ਕਰ ਸਕਦੇ ਆ। ਅਗਰ ਕੋਈ ਧਿਰ ਹਾਈ ਕੋਰਟ ਦੇ ਫੈਸਲੇ ਤੋਂ ਵੀ ਮਨਜ਼ੂਰ ਨਾ ਹੋਵੇ ਅਤੇ ਉਹ ਸੁਪਰੀਮ ਕੋਰਟ ਵੀ ਜਾ ਸਕਦੀ ਆ। ਇੱਦਾਂ ਦੇ ਕੇਸਾਂ ਵਿੱਚ ਅੱਜ ਕੱਲ੍ਹ ਲੋਕ ਅਦਾਲਤਾਂ ਬਣੀਆਂ ਹੋਈਆਂ ਹਨ। ਅਤੇ ਜਦੋਂ ਵੀ ਜ਼ਿਲ੍ਹਾ ਲੈਵਲ 'ਤੇ ਤੁਹਾਡਾ ਪਹਿਲਾ ਕੇਸ ਚੱਲਦਾ ਆ, ਅਤੇ ਉਹ ਕਈ ਵਾਰ ਜਦੋਂ ਵਕੀਲਾਂ ਦੇ ਕਹਿਣ 'ਤੇ ਜਾਂ ਜਦੋਂ ਅਦਾਲਤ ਸਮਝਦੀ ਆ, ਉਹਨਾਂ ਨੂੰ ਲੋਕ ਅਦਾਲਤ ਵਿੱਚ ਵੀ ਭੇਜ ਦਿੱਤਾ ਜਾਂਦਾ ਆ। ਫਿਰ ਲੋਕ ਅਦਾਲਤਾਂ ਜਿਹੜੀਆਂ ਬਿਠਾ ਕੇ ਸੁਣਦੀਆਂ ਵੀ ਕੀ ਤੰਗੀ ਆ, ਕੀ ਤੁਹਾਡਾ ਇਹ ਗਿਲੇ ਸ਼ਿਕਵੇ ਦੂਰ ਨਹੀਂ ਹੋ ਸਕਦੇ। ਜੇ ਕੋਈ ਦੂਰ ਹੋ ਸਕਦੇ ਹੋਣ, ਜਿੰਨਾ ਘਰ ਵਸਦਾ ਹੋਵੇ, ਤਾਂ ਕਈ ਵਾਰੀ ਉੱਥੋਂ ਰਾਜੀਨਾਮਾ ਹੋ ਕੇ ਉਹਨਾਂ ਨੂੰ ਤੋਰ ਦਿੱਤਾ ਜਾਂਦਾ ਹੈ। ਅਗਰ ਉਹ ਅਜਿਹਾ ਨਾ ਕਰ ਸਕਦੇ ਹੋਣ ਅਤੇ ਉਹ ਮੁੜ ਕੇ ਜਿਹੜਾ ਕੇਸ ਆ ਉਸ ਅਦਾਲਤ ਨੂੰ ਭੇਜ ਦਿੱਤਾ ਜਾਂਦਾ, ਅਤੇ ਉੱਥੇ ਧਿਰਾਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਤੁਸੀਂ ਫਲਾਨੀ ਤਰੀਕ ਨੂੰ ਫਿਰ ਉਸ ਅਦਾਲਤ ਵਿੱਚ ਪੇਸ਼ ਹੋਵੋ, ਉੱਥੇ ਵੀ ਤੁਸੀਂ ਆਪਣੀ ਗਵਾਹੀਆਂ ਭੁਗਤਾਓ। ਉਹ ਆਪਣੀਆਂ ਭੁਗਤਾਉਂਦੇ ਆ, ਜਿਹਦੀ ਗੱਲ ਫਿਰ ਸਾਬਤ ਹੋ ਜਾਂਦੀ ਆ ਤਾਂ ਅਦਾਲਤ ਜਿਹਨਾਂ ਸਹਿਮਤ ਹੁੰਦੀ ਆ ਉਹਨੂੰ ਜਿਹੜਾ ਉਹਦੇ ਹੱਕ 'ਚ ਕੇਸ ਹੋ ਜਾਂਦਾ ਆ। ਨਾ ਹੋਵੇ ਤਾਂ ਹਾਈ ਕੋਰਟ ਜਾ ਸਕਦਾ।
ਹਾਈ ਕੋਰਟ ਵਾਲਾ ਸੁਪਰੀਮ ਕੋਰਟ ਵੀ ਜਾ ਸਕਦਾ, ਤੇ ਆਮ ਤੌਰ 'ਤੇ ਬਹੁਤ ਘੱਟ ਕੇਸ ਆ ਜਿਹੜੇ ਸੁਪਰੀਮ ਕੋਰਟ ਤੱਕ ਜਾਂਦੇ ਆ, ਨਹੀਂ ਤੇ ਉਹ ਆਮ ਕਰਕੇ ਥੱਲੇ ਦੀਆਂ ਅਦਾਲਤਾਂ ਦੇ ਨਾਲ ਲੋਕ ਸਹਿਮਤ ਹੋ ਜਾਂਦੇ ਆ। ਜੇ ਨਾ ਹੋਵੇ ਤਾਂ ਫਿਰ ਹਾਈ ਕੋਰਟ ਤੱਕ ਜਾਂਦੇ ਆ। ਸਮੇਂ ਦੀ ਬਰਬਾਦੀ, ਪੈਸੇ ਦੀ ਬਰਬਾਦੀ ਕਰਕੇ ਕੋਈ ਧਿਰ ਪਈ ਜਿਹੜੀ ਕਈ ਵਾਰੀ ਉਹ ਗੱਲ ਨੂੰ ਕਹਿੰਦੇ ਵੀ ਨਹੀਂ ਕਰਨਾ, ਲੇਕਿਨ ਜਾਣ ਦਾ ਹੱਕ ਉਹਨਾਂ ਦੇ ਕੋਲ ਹੁੰਦਾ ਆ। ਇਸ ਕਰਕੇ ਕਈ ਗਰਾਊਂਡਾਂ ਹੋਰ ਵੀ ਜਿਹੜੇ ਵੀ ਬਣ ਸਕਦੀਆਂ ਜਿਹਦੇ ਨਾਲ ਤੁਸੀਂ ਮਤਲਬ ਸਾਬਤ ਕਰਦੇ ਹੋ ਵੀ ਆਹ ਗੱਲ ਦੀ ਆਹ ਗੱਲ ਜਿਹੜੀ ਆ ਉਹ ਮੈਨੂੰ ਬੜੀ ਪੀੜਾ ਦਿੰਦੀ ਆ, ਇਸ ਕਰਕੇ ਜਿਹੜੀ ਆ ਵੀ ਮੈਨੂੰ ਚਾਹੀਦਾ ਹੈ। ਹਾਂ, ਇੱਕ ਹੋਰ ਪੁਆਇੰਟ ਵੀ ਆ ਬਈ ਕੋਈ ਤੇਰੇ ਸਾਬਤ ਕਰ ਦੇਵੇ ਕਿ ਮੇਰਾ ਜਿਹੜਾ ਦੂਸਰਾ ਸਾਥੀ ਹੈ ਉਹਨੂੰ ਇੱਕ ਐਸੀ ਬਿਮਾਰੀ ਲੱਗੀ ਆ ਜਿਹੜੀ ਲਾਜ ਆ। ਦੇਖੋ, ਬਿਮਾਰ ਹੋਣਾ ਤਾਂ ਇੱਕ ਠੀਕ ਗੱਲ ਆ ਵੀ ਉਹਨੂੰ ਉਹਦਾ ਇਲਾਜ ਕੀਤਾ ਜਾ ਸਕਦਾ ਤੇ ਖਰਚ ਸਕਦੀ ਆ। ਕਈ ਵਾਰੀ ਐਸੀ ਬਿਮਾਰੀ ਹੁੰਦੀ ਆ ਜਿਹੜੀ ਵਿਆਹ ਸਮੇਂ ਲੁਕੋਈ ਜਾਂਦੀ ਆ ਤੇ ਉਹਨੂੰ ਹੋਈ ਹੁੰਦੀ ਆ, ਪਰ ਉਹ ਬਿਮਾਰੀ ਜੇ ਲਾਜ ਹੋਵੇ ਵੀ ਪੈਸੇ ਖਰਚਣ ਤੋਂ ਬਾਅਦ ਵੀ ਉਸ ਗੱਲ ਤੋਂ ਨਾ ਆਰਾਮ ਆਉਂਦਾ ਹੋਵੇ ਤਾਂ ਉਹ ਗਰਾਊਂਡ ਵੀ ਬਣਾ ਸਕਦੇ ਆ ਵੀ ਇਹ ਤਾਂ ਬਿਮਾਰੀ ਆ, ਇਹ ਤਾਂ ਠੀਕ ਨਹੀਂ ਹੋ ਸਕਦੀ। ਔਲਾਦ ਪੈਦਾ ਹੋਵੇਗੀ ਤਾਂ ਮਾੜੀ ਪੈਦਾ ਹੋਵੇਗੀ, ਜਾਂ ਬਿਮਾਰੀ ਗ੍ਰਸਤ ਹੋ ਸਕਦੀ ਆ, ਜਾਂ ਇਹ ਔਲਾਦ ਪੈਦਾ ਨਹੀਂ ਕਰ ਸਕੇਗੀ। ਕੋਈ ਗਰਾਊਂਡ ਲੈ ਕੇ ਇਸ ਗੱਲ 'ਤੇ ਵੀ ਹੋ ਸਕਦਾ ਕਿ ਇਹ ਬਿਮਾਰੀ ਜਿਹੜੀ ਆ ਇਹ ਮੇਰੇ ਤੋਂ ਵਿਆਹ ਸਮੇਂ ਲੁਕੋਈ ਗਈ ਆ, ਮੇਰੇ ਹੁਣ ਧਿਆਨ ਵਿੱਚ ਆਈ ਆ। ਉਹ ਲੜਕੀ ਵੀ ਕਹਿ ਸਕਦੀ ਆ ਅਤੇ ਲੜਕਾ ਵੀ ਕਹਿ ਸਕਦਾ, ਜਿੱਦਾਂ ਆਪਾਂ ਜ਼ਿਕਰ ਕੀਤਾ ਵੀ ਧਰਮ ਬਦਲ ਦੇ ਨਾਲ ਵੀ ਇਹ ਗੱਲ ਹੋ ਸਕਦੀ ਆ। ਦਾਜ ਮੰਗਣ 'ਤੇ ਵੀ ਹੋ ਸਕਦੀ ਆ, ਆਪੋ ਵਿੱਚ ਕਿਸੇ ਗੱਲ 'ਤੇ ਨਾ ਬਣਦੀ ਹੋਵੇ ਤਾਂ ਵੀ ਹੋ ਸਕਦਾ। ਜੇ ਤੁਸੀਂ ਇੱਕ ਹੈ ਕਿ ਜੇ ਔਰਤ ਵੱਧ ਚੱਲਣ ਹੋ ਜਾਵੇ, ਆਦਮੀ ਸਾਬਤ ਕਰ ਦੇਵੇ ਕਿ ਮੈਂ ਜਦੋਂ ਕੰਮ 'ਤੇ ਜਾਂਦਾ ਜਾਂ ਜਦੋਂ ਘਰ ਬਾਹਰ ਹੁੰਦਾ ਅਤੇ ਇਹਦੇ ਹੋਰ ਆਦਮੀਆਂ ਨਾਲ ਜਾਂ ਹੋਰ ਆਦਮੀ ਨਾਲ ਕੋਈ ਰਿਲੇਸ਼ਨ ਹੈ, ਉਹ ਕਹਿਣ ਨਾਲ ਨਹੀਂ ਹੋਣੀ, ਉਹਨਾਂ ਨੂੰ ਸਾਬਤ ਕਰਨਾ ਪੈਣਾ। ਇੱਦਾਂ ਔਰਤ ਵੀ ਕਹਿ ਸਕਦੀ ਆ ਕਿ ਮੇਰਾ ਇਹਨਾਂ ਨਾਲ ਵਿਆਹ ਹੋਇਆ, ਮੇਰਾ ਇਹ ਖਿਆਲ ਨਹੀਂ ਰੱਖਦੇ, ਇੰਨਾ ਚਿਰ ਹੋ ਗਿਆ, ਹੁਣ ਮੈਨੂੰ ਪਤਾ ਲੱਗਾ ਕਿ ਇਹਨੀ ਬਾਹਰ ਇੱਕ ਔਰਤ ਰੱਖੀ ਆ। ਜੇ ਉਹ ਸਾਬਤ ਕਰ ਦੇਣ ਵੀ ਇਹਦੇ ਔਰਤ ਨਾਲ ਰਿਲੇਸ਼ਨ ਆ, ਉਸ ਔਰਤ ਨਾਲ ਰਹਿੰਦਾ ਆ, ਉਹਨੂੰ ਚੋਰੀ ਛਿਪੇ ਪੈਸੇ ਵੀ ਦਿੰਦਾ, ਘਰ ਨਹੀਂ ਦਿੰਦਾ, ਅਤੇ ਉਹ ਜੇ ਸਾਬਤ ਹੋ ਜਾਵੇ ਇਹ ਗਰਾਊਂਡ ਵੀ ਤੁਹਾਡੀ ਬਣ ਜਾਂਦੀ ਆ ਕਿ ਤੁਸੀਂ ਜਿਹੜਾ ਆਪਣਾ ਤਲਾਕ ਲੈ ਸਕਦੇ ਆ। ਅਤੇ ਇਸ ਕਰਕੇ ਬਚ ਕੇ ਵੀ ਰਹਿਣਾ ਚਾਹੀਦਾ, ਅਤੇ ਇਹ ਗੱਲਾਂ ਜਿਹੜੀਆਂ ਇਸ ਕਰਕੇ ਤਲਾਕ ਵੀ ਲੈਣੇ ਚਾਹੀਦੇ। ਤਲਾਕ ਇਹਨਾਂ ਗੱਲਾਂ 'ਤੇ ਹੋ ਜਾਂਦਾ, ਇਹਨਾਂ ਗੱਲਾਂ ਤੋਂ ਬਚਣਾ ਵੀ ਚਾਹੀਦਾ ਆ। ਕੋਸ਼ਿਸ਼ ਕਰੋ ਵੀ ਘੱਟੋ ਘੱਟ ਤਲਾਕ ਹੋਣ, ਕਿਉਂਕਿ ਸਾਡੇ ਸਮਾਜ ਵਿੱਚ ਪਹਿਲਾਂ ਵੀ ਅਸੀਂ ਦੇਖਿਆ ਕਿ ਇੱਕ ਲੜਕੀ 12-12 ਸਾਲ ਵੀ ਰੁੱਸ ਕੇ, 8-8 10-10 ਸਾਲ ਰੁੱਸ ਕੇ ਘਰ ਵਿੱਚ ਬੈਠੀ ਰਹਿੰਦੀ, ਅਖੀਰ ਵਿੱਚ ਰਾਜੀਨਾਮੇ ਪੰਚਾਇਤਾਂ ਦੇ ਵਿੱਚ ਪੈ ਜਾਣਾ ਅਤੇ ਰਾਜੀਨਾਮਾ ਹੋ ਜਾਣਾ। ਅਤੇ ਅੱਜ ਕੱਲ੍ਹ ਹੁਣ ਤਲਾਕ ਜਿਹੜੇ ਆ ਉਹ ਆਮ ਹੋਣ ਲੱਗ ਪਿਆ। ਉਹਦਾ ਇੱਕ ਕਾਰਨ ਇਹ ਵੀ ਹੈ ਕਿ ਜਿਹੜੀ ਔਰਤ ਹੈ ਉਹ ਪੜ੍ਹ ਲਿਖ ਗਈ ਹੈ, ਬੰਦੇ ਦੇ ਬਰਾਬਰ ਹੋ ਗਈ ਆ, ਕਈ ਕੇਸਾਂ ਵਿੱਚ ਉਹ ਬਰਾਬਰ ਕਮਾਉਂਦੀ ਹੈ, ਅਤੇ ਉਹ ਨਜਾਇਜ਼ ਧੌਂਸ ਚੱਲਣ ਲਈ ਤਿਆਰ ਨਹੀਂ। ਉਹ ਬੱਚਿਆਂ ਨੂੰ ਆਪ ਪਾਲ ਸਕਦੀ ਆ, ਉਹ ਆਪਣਾ ਗੁਜ਼ਾਰਾ ਆਪ ਕਰ ਸਕਦੀ ਆ। ਉਹ ਕਈ ਵਾਰੀ ਕਈ ਕੇਸਾਂ ਵਿੱਚ ਇੱਕ ਆਦਮੀ ਨਾਲੋਂ ਔਰਤ ਵੱਧ ਜਾਂਦੀ ਹੈ, ਜਿਸ ਕਰਕੇ ਉਹ ਤਲਾਕ ਵੱਲ ਵੀ ਵੱਧ ਰਹੀ ਹੈ ਅੱਜ ਦੀ ਔਰਤ, ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਕੀ ਹੱਕ ਹਨ, ਮੈਂ ਕਿਹੜੇ ਹੱਕਾਂ ਦੀ ਵਰਤੋਂ ਕਰ ਸਕਦੀ ਹਾਂ, ਕਿਹੜੇ ਹੱਕਾਂ ਦੀ ਵਰਤੋਂ ਕਰਕੇ ਮੈਂ ਆਪਣਾ ਜੀਵਨ ਚੰਗਾ ਕਰ ਸਕਦੀ ਹਾਂ। ਕਈ ਵਾਰੀ ਜੋ ਘਰਦਿਆਂ ਜਾਂ ਰਿਸ਼ਤੇਦਾਰਾਂ ਤੁਹਾਡਾ ਵਿਆਹ ਸ਼ਾਦੀ ਸਿਰੇ ਚੜਾਇਆ ਹੁੰਦਾ, ਉਹਨਾਂ ਨੂੰ ਪੂਰੀਆਂ ਗੱਲਾਂ ਦਾ ਪਤਾ ਨਹੀਂ ਹੁੰਦਾ, ਅਤੇ ਔਰਤ ਦੇਖਦੀ ਆ ਵੀ ਇਹ ਤਾਂ ਮੇਰੇ ਨਾਲ ਬੜਾ ਵਾਧਾ ਹੋਇਆ। ਜਦੋਂ ਜਾਗੋ ਉਦੋਂ ਸਵੇਰਾ, ਜਦੋਂ ਪਤਾ ਲੱਗ ਜਾਵੇ ਉਦੋਂ ਅਦਾਲਤ ਦਾ ਬੂਹਾ ਖੜਕਾ ਦਿੰਦੇ ਹਨ ਅਤੇ ਤਲਾਕ ਲਈ ਤਿਆਰ ਹੋ ਜਾਂਦੇ ਹਨ। ਪਰ ਜੇ ਅਦਾਲਤਾਂ ਨੂੰ, ਹਰ ਇੱਕ ਅਦਾਲਤ ਨੂੰ ਵੈਸੇ ਕਿਹਾ ਗਿਆ ਆ ਕਿ ਜਦੋਂ ਤੁਸੀਂ ਤਲਾਕ ਦੇਣਾ, ਸਭ ਤੋਂ ਪਹਿਲਾਂ ਕਾਰਵਾਈ ਕਰਨ ਤੋਂ ਪਹਿਲਾਂ 1 ਤਰੀਕ 'ਤੇ ਜਾਂ 2 ਤਰੀਕ 'ਤੇ ਸਮੇਤ ਕੌਂਸਲਾਂ ਦੇ, ਸਮੇਤ ਵਕੀਲਾਂ ਦੇ ਧਿਰਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਨੀ ਆ ਕਿ ਤੁਸੀਂ ਤਲਾਕ ਨਾ ਲਓ। ਜੇ ਬਿਲਕੁਲ ਧਿਰਾਂ ਅੜੀਆਂ ਰਹਿਣ ਤਾਂ ਫਿਰ ਕਿਹਾ ਜਾਂਦਾ ਹੈ ਵੀ ਜੇਰ ਕੇਸ ਕੀਤਾ ਵੀ ਤੂੰ ਪਹਿਲਾਂ ਵੀ ਆਪਣੀ ਗਵਾਹੀ ਲਿਆ, ਅਤੇ ਦੂਜੀ ਧਿਰ ਉੱਤੇ ਜ਼ਿਰਾ ਕਰਦੀ ਆ, ਅਤੇ ਉਹ ਜ਼ਿਰਾ ਕਰਨ ਦੇ ਨਾਲ ਜਿਹੜੀ ਗੱਲ ਸੱਚ ਆ ਜਾਂਦਾ, ਫਿਰ ਦੂਜੀ ਧਿਰ ਦਿੰਦੀ ਆ, ਆਪਣੀ ਗਵਾਹੀ ਦਿੰਦੀ ਆ ਤਾਂ ਦੂਜੀ ਧਿਰ ਕਰਦੀ ਆ। ਜਿਹੜੀ ਫਿਰ ਸੱਚਾਈ ਹੁੰਦੀ ਜੱਜ ਉੱਤੇ ਪਹੁੰਚਦਾ ਆ, ਬਹਿਸ ਨੂੰ ਸੁਣਦਾ ਆ, ਫਾਈਲ ਵਿੱਚ ਦੇਖਦਾ ਆ, ਨਾਲ ਡਾਕੂਮੈਂਟ ਜੋ ਹੈਗੇ ਲੱਗੇ ਉਹਦੇ ਵੱਲ ਧਿਆਨ ਦਿੰਦਾ ਆ, ਉਹਨਾਂ ਦੀ ਉਮਰ ਦੇਖਦਾ, ਫਿਰ ਵੀ ਜੱਜਮੈਂਟ ਕਰਕੇ ਉਹ ਫਿਰ ਤਲਾਕ ਦੇਣ ਦੇ ਵਿੱਚ ਸਫਲ ਹੋ ਜਾਂਦਾ ਜਾਂ ਇਨਕਾਰ ਕਰ ਦਿੰਦਾ ਆ। ਅਤੇ ਪਹਿਲਾਂ ਦੱਸਿਆ ਵੀ ਜਿਹੜੀ ਧਿਰ ਜੱਜ ਦੇ ਫੈਸਲੇ ਤੋਂ ਦੁਖੀ ਹੋਵੇ
ਉਹ ਹਾਈ ਕੋਰਟ ਵਿੱਚ ਵੀ ਜਾ ਕੇ ਅਪੀਲ ਕਰ ਸਕਦੀ ਆ। ਹਾਈ ਕੋਰਟ ਦੇ ਅਪੀਲ ਤੋਂ ਕੋਈ ਦੁਖੀ ਹੋ ਕੇ ਸੁਪਰੀਮ ਕੋਰਟ ਵੀ ਕਰ ਸਕਦਾ ਹੈ, ਉਹ ਆਖਰੀ ਹੁੰਦੀ ਹੈ। ਅਤੇ ਇਸ ਕਰਕੇ ਇਹ ਮਤਲਬ ਤਲਾਕ ਦੀ ਜਿਹੜੀ ਗੱਲ ਆ ਉਹ ਇੱਥੇ ਤੱਕ ਠੀਕ ਆ। ਵਿਆਹ ਹੋਣ ਤੋਂ ਪਹਿਲਾਂ ਸਾਰੀਆਂ ਧਿਰਾਂ ਨੂੰ ਇੱਕ ਦੂਜੇ ਦੀ ਪੁੱਛ ਪੜਤਾਲ ਕਰਨੀ ਚਾਹੀਦੀ ਹੈ। ਪਰਿਵਾਰ ਨੂੰ ਵੀ ਚਾਹੀਦਾ ਹੈ ਕਿ ਆਪਣੀ ਗੱਲ ਜਿੱਦ ਨਾ ਵਿਗਾਉਣ, ਬੱਚਿਆਂ ਦੀ ਵੀ ਗੱਲ ਸੁਣੀ ਜਾਵੇ, ਟੈਕਸ ਦੀ ਗੱਲ ਕੀਤੀ ਜਾਵੇ, ਤਾਂ ਕਿ ਤਲਾਕ ਨੂੰ ਬੜਾਵਾ ਘੱਟੋ ਘੱਟ ਦਿੱਤਾ ਜਾਵੇ। ਵੱਧ ਤੋਂ ਵੱਧ ਘਰ ਵਸਾਏ ਜਾਣ, ਤਲਾਕ ਨਾ ਹੋਣ, ਘਰ ਨਾ ਟੁੱਟੇ। ਇਹੋ ਸਮਾਜ ਦੇ ਸਿਹਤ ਲਈ ਚੰਗੀ ਗੱਲ ਆ। ਇਹ ਜਿਹੀ ਹੀ ਸਾਨੂੰ ਕਰਨੀ ਚਾਹੀਦੀ ਹੈ। ਸਰ, ਮੇਰਾ ਆਖਰੀ ਸਵਾਲ ਇਹ ਹੈ ਕਿ ਜਿਨ੍ਹਾਂ ਮਾਪਿਆਂ ਦੇ ਬੱਚੇ ਹੁੰਦੇ ਆ, ਜਦ ਉਹਨਾਂ ਦੇ ਤਲਾਕ ਹੋ ਜਾਂਦੇ ਨੇ ਤਾਂ ਉਹਦਾ ਕਾਨੂੰਨੀ ਤੌਰ 'ਤੇ ਹੱਕਦਾਰ ਕੌਣ ਹੁੰਦਾ ਹੈ? ਤੁਹਾਡਾ ਮਤਲਬ ਇਹ ਆ ਭਈ ਜਦੋਂ ਤਲਾਕ ਹੋ ਜਾਂਦਾ ਤੇ ਬੱਚਿਆਂ ਦਾ ਕੀ ਬਣਦਾ? ਦੇਖੋ, ਜੇ ਤਾਂ ਉਹ ਇਸ ਗੱਲ ਨੂੰ ਪੁਆਇੰਟ ਪਹਿਲਾਂ ਹੀ ਕਈ ਵਾਰੀ ਕਹਿ ਦਿੰਦੇ ਬੱਚੇ ਕੋ ਰਹਿਣ ਚਾਹੀਦਾ ਨੇ, ਬੱਚਿਆਂ ਦੇ ਬਾਰੇ ਕਈ ਵਾਰੀ ਤਲਾਕ ਦੇ ਵਿੱਚ ਕੋਈ ਫੈਸਲਾ ਨਹੀਂ ਹੁੰਦਾ। ਉਹ ਬੱਚੇ ਦੀ ਕਸਟਡੀ ਕਹਿੰਦੇ ਆ ਵੀ ਬੱਚਾ ਕਿਹਦੇ ਕੋਲ ਰਹਿਣੇ ਚਾਹੀਦੇ ਆ, ਉਹ ਲੈਣ ਵਾਸਤੇ ਹੋਰ ਅਦਾਲਤਾਂ ਆ, ਉਹਨਾਂ ਵਿੱਚ ਜਾਣਾ ਪੈਂਦਾ, ਕੇਸ ਕਰਨਾ ਪੈਂਦਾ। ਫਰਕ ਲਓ ਵੀ ਆਦਮੀ ਕੋ ਬੱਚੇ ਹੈ ਤੇ ਔਰਤ ਆਪਣੇ ਪਾਸ ਰੱਖਣਾ ਚਾਹੁੰਦੀ ਆ, ਉਹ ਕੇਸ ਕਰ ਦੇਵੇ। ਔਰਤ ਪਾਸ ਹੈ ਤੇ ਆਦਮੀ ਲੈ ਕੇ ਕਰਕੇ ਦੱਸ ਸਕਦਾ। ਉਹ 'ਚ ਦੇਖਿਆ ਕੀ ਜਾਂਦਾ ਵੀ ਬੱਚਾ ਦੇਣ ਵੇਲੇ ਜਾਂ ਕਿਹਨੂੰ ਦੇਣਾ, ਪਹਿਲੇ 5-6 ਸਾਲ ਇਹ ਦੇਖਿਆ ਜਾਂਦਾ ਕਿ ਬੱਚਾ ਆ, ਉਹਦੇ ਪਾਲਣ ਪੋਸ਼ਣ ਆ, ਉਹਦੇ ਕੱਪੜੇ ਧੋ ਕੇ ਪਾਉਣੇ ਆ, ਹੁਣ ਟੱਟੀ ਪਿਸ਼ਾਬ ਕਰਨਾ, ਉਹਨੂੰ ਦਾਰੂ ਦੀ ਸਾਰੀ ਤਰ੍ਹਾਂ ਦੀ ਲੋੜ ਆ, ਜਾਣੀ ਮਾਂ ਦੀ ਜ਼ਿਆਦਾ ਲੋੜ ਆ ਪਹਿਲੇ 5-6 ਸਾਲ ਦੇ ਵਿੱਚ। ਇਸ ਕਰਕੇ ਸਾਰੀਆਂ ਗੱਲਾਂ ਦੇਖ ਕੇ ਪਹਿਲੇ 5 ਸਾਲ ਇਹ ਬੱਚਾ ਜਿਹੜਾ ਆ ਉਹ ਮਾਂ ਤੋਂ ਲਗਭਗ ਜੁਦਾ ਨਹੀਂ ਕੀਤਾ ਜਾਂਦਾ। ਜੇ 5-6 ਸਾਲ ਤੋਂ ਬਾਅਦ ਕੋਈ ਗੱਲ ਹੋਵੇ ਤੇ ਫਿਰ ਬੱਚਾ ਸਕੂਲ ਜਾਣ ਲੱਗ ਪੈਂਦਾ, ਬੱਚੇ ਨੂੰ ਫੀਸ ਦੀ ਲੋੜ ਆ, ਬੱਚੇ ਨੂੰ ਵਰਦੀ ਦੀ ਲੋੜ ਆ, ਬੱਚੇ ਨੂੰ ਬੂਟਾਂ ਦੀ ਲੋੜ ਆ, ਬੱਚੇ ਨੂੰ ਹੋਰ ਵੀ ਲੋੜ ਆ। ਜਦੋਂ ਪੜ੍ਹਾਈ ਦੀ ਗੱਲ ਆ ਜਾਂਦੀ, ਬੱਚੇ ਦੀ ਜ਼ਿੰਦਗੀ ਦਾ ਸਵਾਲ ਹੋ ਜਾਂਦਾ, ਤਾਂ ਫਿਰ ਆਮ ਕਰਕੇ ਉਹ 'ਤੇ ਜ਼ਿਆਦਾ ਹੱਕ ਆਦਮੀ ਦਾ ਬਣਦਾ। ਪਰ ਇੱਥੇ ਗੱਲ ਬਸ ਨਹੀਂ, ਇਹ 'ਚ ਸਾਬਤ ਕਰਨਾ ਪੈਂਦਾ। ਹੁਣ ਕਈ ਔਰਤਾਂ ਆ ਉਹ ਇੰਨਾ ਕਮਾਉਂਦੀਆਂ ਕਿ ਉਹਨਾਂ ਦਾ ਆਦਮੀ ਵੀ ਇੰਨੇ ਪੈਸੇ ਨਹੀਂ ਕਮਾ ਰਿਹਾ। ਕੋਈ ਮੈਨੇਜਰ ਲੱਗੀ ਹੈ, ਕੋਈ ਸਕੂਲ 'ਚ ਹੈਡਮਾਸਟਰ ਨਹੀਂ ਲੱਗੀ ਹੋਈ ਆ, ਕੋਈ ਪੜ੍ਹਾਉਂਦੀ ਹੈ ਹੋਰ ਤਰ੍ਹਾਂ ਪੜ੍ਹਾਉਂਦੀ ਆ, ਕੋਈ ਕਿਸੇ ਹੋਰ 'ਚ ਆ, ਜਾਣੀ ਔਰਤ ਵੀ ਅਰਨਿੰਗ ਹੈਂਡ ਆ। ਜੇ ਉਹ ਬੱਚੇ ਨੂੰ ਜ਼ਿਆਦਾ ਵਧੀਆ ਪਾਲ ਸਕਦੀ ਆ, ਹਾਲਾਤ ਪੁੱਛੇ ਜਾਂਦੇ ਆ, ਤਨਖਾਹ ਦਾ ਸਾਬਤ ਕਰਨਾ ਪੈਂਦਾ ਵੀ ਕੋਈ ਇੰਨੇ ਪੈਸੇ ਆ, ਤਾਂ ਔਰਤ ਨੂੰ ਵੀ ਮਿਲ ਸਕਦਾ। ਪਰ ਜੇ ਔਰਤ ਉਸ ਆਦਮੀ ਦੇ ਕੋਲੋਂ 4-5-6 ਹਜ਼ਾਰ ਰੁਪਈਆ ਲੈ ਕੇ ਆਪ ਗੁਜ਼ਾਰਾ ਕਰਦੀ ਹੋਵੇ ਤਾਂ ਉਹਲੇ ਬੱਚਾ ਪਾਲਣਾ ਬੜਾ ਔਖਾ ਆ। ਇਸ ਕਰਕੇ 5-6 ਸਾਲ ਤੱਕ ਜਿਹੜਾ ਬੱਚਾ ਜਦ ਤੱਕ ਵੱਡਾ ਹੋ ਰਿਹਾ ਆ, ਜਦ ਤੱਕ ਉਹਨੂੰ ਮਾਂ ਦੀ ਜ਼ਰੂਰਤ ਆ, ਜਦ ਤੱਕ ਉਹ ਦੁੱਧ ਚੁਗਣਾ ਆ, ਜਦ ਤੱਕ ਉਹਨੂੰ ਉਹਦਾ ਟੱਟੀ ਪਿਸ਼ਾਬ ਕੱਪੜਾ ਆਪ ਬਦਲ ਨਹੀਂ ਸਕਦਾ, ਉਦੋਂ ਤੱਕ ਆਮ ਕਰਕੇ ਮਾਂ ਦਾ ਅਧਿਕਾਰ ਬਣਦਾ। ਇਸ ਤੋਂ ਬਾਅਦ ਅਗਰ ਫਿਰ ਆਉਂਦਾ ਵੀ ਬੱਚੇ ਦੀ ਪਰਵਰਿਸ਼ ਕੌਣ ਵਧੀਆ ਕਰ ਸਕਦਾ, ਜਿਹਦੇ ਕੋਲ ਜ਼ਿਆਦਾ ਸਾਧਨ ਹੋਣ, ਜਿਹੜਾ ਬੱਚੇ ਨੂੰ ਜ਼ਿਆਦਾ ਖੁਸ਼ ਰੱਖਦਾ ਹੋਵੇ। ਜੇ ਆਮ ਹਾਲਤ ਵਿੱਚ ਦੇਖਿਆ ਤਾਂ ਬਾਪ ਹੀ ਰੱਖਦਾ, ਕਿਉਂਕਿ ਜੇ ਔਰਤ ਤੋਂ ਖਰਚਾ ਲੈਂਦੀ ਹੈ ਤਾਂ ਉਹਦੇ ਲਈ ਬੱਚਾ ਪਾਲਣਾ ਬੜਾ ਔਖਾ ਹੁੰਦਾ ਹੈ। ਪਰ ਜਿਹੜੀਆਂ ਔਰਤਾਂ ਕਮਾਉਂਦੀਆਂ ਹਨ, ਕਈਆਂ ਕੇਸਾਂ ਵਿੱਚ ਔਰਤਾਂ ਜ਼ਿਆਦਾ ਕਮਾਉਂਦੀਆਂ, ਜਿਹੜੀਆਂ ਕਮਾਉਂਦੀਆਂ ਜਿਹੜੀਆਂ ਇਹ ਸਾਬਤ ਕਰ ਦੇਣ ਕਿ ਜੇ ਬੱਚਾ ਮੇਰੇ ਪਾਸ ਰਹੇਗਾ ਮੈਂ ਵਧੀਆ ਪੜ੍ਹਾਈ ਵੀ ਦੇ ਸਕਦੀ ਹਾਂ, ਪਿਆਰ ਵੀ ਦੇ ਸਕਦੀ ਆ, ਮੈਂ ਮਾਂ ਵਾਲਾ ਵੀ ਪਿਆਰ ਦੇ ਸਕਦੀ ਹਾਂ, ਹੋਰ ਬਾਕੀ ਵੀ ਕਰ ਸਕਦੀ ਹਾਂ, ਉਸ ਹਾਲਤ ਵਿੱਚ ਉਹ ਬੱਚਾ ਜਿਹੜਾ ਮਾਂ ਨੂੰ ਦਿੱਤਾ ਜਾਂਦਾ। ਅਤੇ ਹੁਣ ਰਹਿ ਕੇ ਦੂਜੀ ਧਿਰ ਲਈ ਕੀ ਆ, ਜੇ ਬੱਚੇ ਇੱਕ ਨੂੰ ਦਿੱਤੇ ਜਾਂਦੇ ਆ, ਦੂਜੀ ਧਿਰ ਲਈ ਇਹ ਆ ਕਿ ਉਹ ਸਮਾਂ ਮੰਗ ਸਕਦੇ ਆ ਕਿ ਮੈਂ ਆਪਣੇ ਬੱਚੇ ਨੂੰ ਮਿਲਣਾ ਚਾਹੁੰਦਾ ਹਾਂ, ਮੇਰੇ ਲਈ ਕੋਈ ਸਮਾਂ ਦਿੱਤਾ ਜਾਵੇ। ਅਦਾਲਤ ਸੋਚਦੇ ਵੀ ਹਫ਼ਤੇ ਬਾਅਦ ਤੁਸੀਂ ਮਿਲ ਸਕਦੇ ਹੋ, ਜਾਂ 15 ਦਿਨ ਮਿਲ ਸਕਦੇ ਹੋ, ਦੋਨਾਂ ਹੀ ਜਾਂ ਤੁਸੀਂ ਮਹੀਨੇ 'ਚ ਇੱਕ ਵਾਰ ਮਿਲ ਸਕਦੇ ਆ। ਜੇ ਸਕੂਲ ਜਾਂਦਾ ਅਤੇ ਤੁਸੀਂ ਐਤਵਾਰ ਨੂੰ ਮਿਲ ਸਕਦੇ ਆ, ਜਾਂ ਸਕੂਲ ਵਿੱਚ ਤੁਸੀਂ ਕਿੱਦਣ ਮਿਲ ਸਕਦੇ ਆ। ਜਿੱਦਾਂ ਫਿਰ ਅਦਾਲਤ ਕਹਿੰਦੇ ਆ ਉਸ ਮੁਤਾਬਕ ਉਹ ਬੱਚੇ ਨਾਲ ਮੁਲਾਕਾਤ ਕਰਾਈ ਜਾਂਦੀ ਆ। ਬੱਚੇ ਨੂੰ ਪੂਰਾ ਨਹੀਂ ਕੀਤਾ ਜਾਂਦਾ ਜਦ ਤੱਕ ਬੱਚਾ ਸੁਰਤ ਸੰਭਾਲ ਕੇ ਵੱਡਾ ਹੋ ਜਾਂਦਾ 18 ਸਾਲ ਦੇ ਨੇੜੇ, ਉਦੋਂ ਫਿਰ ਦੋਨਾਂ ਦਾ ਅਧਿਕਾਰ ਖਤਮ ਹੋ ਜਾਂਦਾ, ਮਾਂ ਦਾ ਵੀ ਖਤਮ ਹੋ ਜਾਂਦਾ ਅਤੇ ਬਾਪ ਦਾ ਵੀ, ਕਿਉਂਕਿ ਬੱਚਾ ਜਦੋਂ ਮੇਜਰ ਹੋ ਜਾਂਦਾ ਹੈ, ਜਦੋਂ ਆਪਣਾ ਬੁਰਾ ਅਤੇ ਭਲਾ ਸੋਚ ਸਕਦਾ ਆ, ਤਾਂ ਫਿਰ ਉਹ ਬੱਚਾ ਜਿਹੜਾ ਆ ਉਹ ਜਿਹਦੇ ਕੋਲ ਰਹਿਣਾ ਚਾਹਵੇਗਾ ਉਹ ਰਹਿ ਸਕਦਾ ਹੈ। ਸੋ ਆਖਰ ਵਿੱਚ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਤਲਾਕ ਬਾਰੇ ਗੱਲ ਹੋਈ ਆ। ਤਲਾਕ 'ਚ 2 ਤਰ੍ਹਾਂ ਹੁੰਦੀਆਂ, ਇੱਕ ਆਦਮੀ, ਇੱਕ ਉਹਦੀ ਘਰਵਾਲੀ। ਉਹਨਾਂ ਵਿੱਚੋਂ ਜਿਹੜਾ ਦੁਖੀ ਆ ਉਹ ਅਦਾਲਤ ਵਿੱਚ ਜਾ ਸਕਦਾ, ਜਿਹੜਾ ਦੁੱਖ ਆ ਉਹਨੂੰ ਉਹ ਸਾਬਤ ਕਰ ਸਕਦਾ। ਸਾਬਤ ਕਰਨ ਲਈ ਉਹਦੀਆਂ ਗਵਾਹੀਆਂ ਚਾਹੀਦੀਆਂ। ਜੇ ਕੋਈ ਉਹਨਾਂ ਕੋਲ ਲਿਖਤੀ ਸਬੂਤ ਹੈ
ਜਾਂ ਕੋਈ ਰਿਕਾਰਡਿੰਗ ਹੈ ਉਹ ਵੀ ਜੱਜ ਦੇ ਧਿਆਨ ਵਿੱਚ ਲਿਆਂਦੀ ਜਾ ਸਕਦੀ ਹੈ। ਅਗਰ ਕੇਸ ਕਰਨ ਵਾਲਾ ਜਿਹੜੀ ਉਹਦੀ ਗਰਾਊਂਡ ਲਈ ਹੁੰਦੀ ਹੈ ਜਿਸ ਕਰਕੇ ਉਹ ਤਲਾਕ ਮੰਗਦਾ, ਜਿਹੜੇ ਕਾਰਨਾਂ ਕਰਕੇ ਤਲਾਕ ਮੰਗਿਆ ਜਾਂਦਾ, ਅਗਰ ਉਹ ਧਿਰ ਨੂੰ ਸਾਬਤ ਕਰ ਦਿੰਦੀ ਆ ਤੇ ਉਹਨੂੰ ਤਲਾਕ ਮਿਲ ਜਾਂਦਾ, ਨਹੀਂ ਤੇ ਨਹੀਂ ਮਿਲਦਾ। ਅਗਰ ਤਲਾਕ ਤੇ ਜਿਹੜੀ ਫਿਰ ਉਹਨਾਂ ਤੋਂ ਧਿਰ ਔਖੀ ਹੋਵੇ, ਦੁਖੀ ਹੋਵੇ, ਬੇਚਾਰੇ ਨੂੰ ਤਲਾਕ ਕਿਉਂ ਦਿੱਤਾ ਗਿਆ, ਮੈਂ ਤਾਂ ਤਲਾਕ ਦੇਣਾ ਨਹੀਂ ਚਾਹੁੰਦਾ ਸੀ ਜਾਂ ਨਹੀਂ ਚਾਹੁੰਦੀ ਸੀ, ਉਹ ਧਿਰ ਜਿਹੜੀ ਆ ਜਿੱਦਾਂ ਮੈਂ ਪਹਿਲਾਂ ਦੱਸਿਆ ਅਪੀਲ ਵਿੱਚ ਹਾਈ ਕੋਰਟ 'ਚ ਵੀ ਜਾ ਸਕਦੀ ਆ, ਹਾਈ ਕੋਰਟ ਤੋਂ ਸੁਪਰੀਮ ਕੋਰਟ ਵੀ ਜਾ ਸਕਦੀ ਹੈ। ਪ੍ਰੋਸੀਜਰ ਲੰਬਾ ਆ, ਦਮ ਰੱਖਣਾ ਪੈਂਦਾ। ਕੋਸ਼ਿਸ਼ ਕਰੋ ਕਿ ਅਜਿਹੇ ਕੇਸਾਂ ਤੋਂ ਬਚਿਆ ਜਾਵੇ। ਆਪਣਾ ਪਰਿਵਾਰ ਕਦੇ ਟੁੱਟਣ ਨਹੀਂ ਦੇਣਾ ਚਾਹੀਦਾ। ਜਿੱਥੇ ਇਹ ਆਦਮੀ ਲਈ ਤਾਂ ਔਰਤ ਲਈ ਮਾੜੀ ਗੱਲ ਆ, ਉੱਥੇ ਜਿੱਦਾਂ ਆਪਾਂ ਡਿਸਕਸ ਕੀਤਾ ਬੱਚਿਆਂ ਦਾ ਭਵਿੱਖ ਬਿਲਕੁਲ ਤਬਾਹ ਹੋ ਜਾਂਦਾ। ਬੱਚੇ ਹੋਣ ਦੀ ਅਦਾਲਤ ਵਿੱਚ ਮਾਂ ਪਿਓ ਨੂੰ ਹੋਰ ਸਿਆਣਾ ਬਣਨਾ ਚਾਹੀਦਾ ਹੈ। ਇਸ ਕਰਕੇ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਸਮਝਦਾ ਕਿ ਜਿਹੜਾ ਅਸੀਂ ਅੱਜ ਵਿਸ਼ਾ ਚੁਣਿਆ ਸੀ ਉਹਦੇ ਬਾਰੇ ਵੱਧ ਤੋਂ ਵੱਧ ਤੁਹਾਨੂੰ ਸਮਝਾਂਗੇ।